ਸਤਿ ਸ੍ਰੀ ਅਕਾਲ। ਪਿਛਲੇ ਐਪੀਸੋਡ ਦੇ ਵਿੱਚ ਮੈਂ ਮੈਂਟਲ ਹੈਲਥ ਔਰ ਸਪਿਰਿਚੁਅਲ ਹੈਲਥ ਦੋਨਾਂ ਉੱਤੇ ਪ੍ਰਕਾਸ਼ ਪਾਇਆ। ਆਪਾਂ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਮਨੋਬਲ ਨੂੰ ਔਰ ਆਪਣੇ ਆਤਮ ਬਲ ਨੂੰ ਕਿੱਦਾਂ ਬੜਾਵਾਂ। ਮੈਂ ਦਾਦੀ ਜਾਨਕੀ ਦੀ ਬਾਇਓਗ੍ਰਾਫੀ ਬਾਰੇ ਬਰੀਫ ਥੋੜ੍ਹੇ ਸ਼ਬਦਾਂ ਦੇ ਵਿੱਚ ਉਹਨਾਂ ਦੀ ਇੰਟਰੋਡਕਸ਼ਨ ਦੇ ਸਕਿਆ ਤਾਂ ਉੱਥੋਂ ਉਹਨਾਂ ਨੇ ਵੈਲਿਊਜ਼ ਇਨ ਹੈਲਥ ਐਂਡ ਸਪਿਰਿਚੁਅਲਿਟੀ, आध्यात्मिकता और मर्यादा दोनों मिलके मनोबल पैदा कर दिया। तो ये शुरुआत विदेश तो हुई, भारत विच आई। JWM ग्लोबल हॉस्पिटल माउंट आबू ने इसनूं शुरू किया। एक ही चीज़ है, ਇਹ ਮਰਿਆਦਾ ਹੈ। ਆਪਾਂ ਕਹਿੰਦੇ ਵੀ ਹਾਂ, ਵੈਸੇ ਵੀ ਆਪਾਂ ਦੇਖਦੇ ਹਾਂ ਕਿ ਮੇਰਾ ਜਨਮ ਪੰਜਾਬ ਵਿੱਚ ਹੋਇਆ। ਮੇਰਾ ਗੁਰਬਾਣੀ ਦਾ ਅਧਿਐਨ ਔਰ ਜਪਜੀ ਸਾਹਿਬ ਦਾ ਅਧਿਐਨ ਵੀ ਰਿਹਾ। ਅਸੀਂ ਕਹਿੰਦੇ ਹਾਂ ਆਗਿਆ ਭਈ ਅਕਾਲ ਕੀ, ਤभी ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਗਰ ਗੁਰੂ ਸਾਹਿਬ ਦੀ ਪਹਿਲੀ ਪਾਤਸ਼ਾਹੀ ਦੇ ਮੁੱਖ ਦੁਆਰਾ ਬੋਲੇ ਹੋਏ ਸ਼ਬਦ ਜੋ ਉਸ ਅਕਾਲ ਪੁਰਖ ਤੋਂ ਉਹਨਾਂ ਨੂੰ ਪ੍ਰੇਰਣਾ ਮਿਲਦੀ ਸੀ, ਉਹਨਾਂ ਦੁਆਰਾ ਕਿੱਡਾ ਵੱਡਾ ਗ੍ਰੰਥ ਬਣ ਗਿਆ। ਇੱਕ ਇੱਕ ਸ਼ਬਦ ਦੀ ਕਿੰਨੀ ਵੱਡੀ ਕੀਮਤ ਹੈ। ਪਰ ਅਸੀਂ ਪੜ੍ਹਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਪ੍ਰੈਕਟੀਕਲ ਦੇ ਵਿੱਚ ਮਨਨ ਚਿੰਤਨ ਨਹੀਂ ਕਰਦੇ। ਅਗਰ ਮਨ ਦਾ ਮਨਨ ਕਰੀਏ ਤਾਂ ਵਿਅਰਥ ਵਿਚਾਰਾਂ ਤੋਂ ਮਨ ਹਟ ਜਾਏਗਾ ਔਰ ਮਨ ਦੇ ਅੰਦਰ ਸ਼ਕਤੀ ਆ ਜਾਏਗੀ। ਸਾਡਾ ਵਿਵਹਾਰ ਵੀ ਸ਼ੁੱਧ ਹੋ ਜਾਏਗਾ। ਉਹ ਮਰਿਆਦਾ ਸਾਡੇ ਜੀਵਨ ਵਿੱਚ ਹੌਲੀ ਹੌਲੀ ਘਟਦੀਆਂ ਗਈਆਂ। ਅੱਜ ਇੱਕ ਨਜ਼ਰੀਆ ਮਾਰੀਏ ਤਾਂ ਸੰਸਾਰ ਵਿੱਚ ਉਸ ਮਰਿਆਦਾ ਦੀ ਪਰਸੈਂਟੇਜ ਇੰਨੀ ਘਟ ਗਈ ਹੈ ਕਿ ਨੈਗੇਟਿਵ ਰੂਪ ਹਾਵੀ ਹੋ ਗਿਆ, ਨਕਾਰਾਤਮਕ ਵਿਚਾਰ ਹਾਵੀ ਹੋ ਗਏ। ਸੱਚੇ ਤੇ ਸੁੱਚੇ ਵਿਚਾਰ ਖਤਮ ਹੋ ਗਏ। ਹਮਦਰਦੀ ਵੈਸੀ ਚੀਜ਼ ਨਹੀਂ ਰਹੀ। ਨਫ਼ਰਤ ਨੇ ਸਥਾਨ ਲੈ ਲਿਆ। ਈਰਸ਼ਾ ਆ ਗਈ ਹੈ। ਦੂਸਰੇ ਦਾ ਭਲਾ ਸੋਚਣ ਦੀ ਬਜਾਏ, ਸ਼ੁਭ ਭਾਵਨਾ ਰੱਖਣ ਦੀ ਬਜਾਏ, ਸ਼ੁਭ ਕਾਮਨਾ ਰੱਖਣ ਦੀ ਬਜਾਏ ਅਸੀਂ ਦੂਸਰੇ ਦੀ ਗਿਰਾਵਟ ਵੱਲ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ ਕਿ ਠੀਕ ਹੈ ਜੀ, ਇੱਦਾਂ ਹੀ ਹੋਇਆ, ਇਹਦੇ ਨਾਲ ਇੱਦਾਂ ਹੀ ਹੋਣਾ ਚਾਹੀਦਾ। ਮੇਰੀ ਸੋਚ ਕਿੱਧਰ ਹੈ? गुरु साहब ने तक किया, मानव की जात सभ्य एक ही पहचान हो। मुगलों का सामना करते हुए औरंगजेब के टाइम जदों उन्हां दा संघर्ष चल रहा सी, उस टाइम भी उहदे सिख विरोधियों की भी सेवा कर रहे सी। ਉਹਨਾਂ ਨੂੰ ਪਾਣੀ ਪਿਲਾਉਣਾ, ਉਹਨਾਂ ਦੀ ਮੱਲਮ ਪੱਟੀ ਕਰਨਾ। ਤਾਂ ਗੁਰੂ ਸਾਹਿਬ ਦੀ ਨਜ਼ਰ ਇੱਕੋ ਹੀ ਸੀ। ਇੱਕ ਨਜ਼ਰ ਨਾਲ ਉਹ ਦੇਖਦੇ ਸੀ। ਉਹਨਾਂ ਨੇ ਕਿਹਾ ਸੀ, ਦੇਹ ਸ਼ਿਵਾ ਵਰ ਮੋਹੇ। ਉਸ ਭਗਵਾਨ ਨੂੰ ਇੰਟੀਗ੍ਰੇਟ ਕਰਕੇ, ਅਕਾਲ ਪੁਰਖ ਨੂੰ, ਕਿ ਇਹ ਵਾਹਿਗੁਰੂ ਤੂੰ ਮੈਨੂੰ ਇੰਨੀ ਸ਼ਕਤੀ ਦੇ ਕਿ ਮੈਂ ਜਿੱਥੇ ਜਾਵਾਂ ਨਿਸ਼ਚੇ ਕਰ ਆਪਣੀ ਜੀਤ ਕਰਾਂ।
ਉਹਨਾਂ ਦੇ ਵਿਚਾਰਾਂ ਵਿੱਚ ਉਹਨਾਂ ਦੀ ਚਿੱਤ ਸੀ। ਮੈਂ ਦੇਖਿਆ ਹੈ ਜਦੋਂ ਵੀ ਮੈਂ ਮਨਾਲੀ ਵੱਲ ਗਿਆ ਤਾਂ ਪਰਿਵਾਰ ਵਿਛੋੜਾ ਗੁਰਦੁਆਰਾ, ਜਦੋਂ ਮੈਂ ਉਹਦੇ ਨਜ਼ਦੀਕ ਦੀ ਲੰਘਦਾ ਮੈਨੂੰ ਯਾਦ ਆ ਜਾਂਦੀ ਹੈ ਕਿ ਗੁਰੂ ਸਾਹਿਬ ਦਾ ਪਰਿਵਾਰ ਇੱਥੋਂ ਵਿਛੜ ਗਿਆ ਸੀ। ਪਰ ਫਿਰ ਵੀ ਉਹਨਾਂ ਦੇ ਚਿਹਰੇ ਦੇ ਉੱਤੇ ਉਹਨਾਂ ਦੇ ਕੋਈ ਇਸ ਤਰ੍ਹਾਂ ਦੇ ਚਿੰਨ੍ਹ ਨਜ਼ਰ ਨਹੀਂ ਆਏ ਕਿ ਉਹਨਾਂ ਨੂੰ ਉਦਾਸੀ ਆਈ। ਸਾਰਾ ਪਰਿਵਾਰ ਵਾਰ ਕੇ ਵੀ ਉਹਨਾਂ ਨੇ ਆਪਣੀਆਂ ਮਰਿਆਦਾ ਕਾਇਮ ਰੱਖੀਆਂ ਔਰ ਉਹਨਾਂ ਨੇ ਆਖਰ ਵਿੱਚ ਇਹੀ ਕਿਹਾ ਕਿ ਮੈਂ ਉਸ ਅਕਾਲ ਪੁਰਖ ਦਾ ਭੇਜਿਆ ਹੋਇਆ ਪਰਮ ਪੁਰਖ ਦਾ ਮੈਂ ਇੱਕ ਦਾਸ, ਮੈਂ ਉਹਦਾ ਕਰਜ਼ਾ ਵਾਪਸ ਕਰ ਦਿੱਤਾ। ਚਾਰੇ ਸਾਹਿਬਜ਼ਾਦੇ ਕੁਰਬਾਨ ਹੋ ਗਏ। ਮਾਤਾ ਗੁਜਰੀ ਦਾ ਆਪਾਂ ਸਭ ਜਾਣਦੇ ਹਾਂ। ਅੱਜ ਅਸੀਂ ਉਹਨਾਂ ਦੇ ਤਪ ਕਾਰਨ ਗੁਰਦੁਆਰਿਆਂ ਵਿੱਚ ਅਰਦਾਸ ਕਰਦੇ ਹਾਂ। ਉਹਨਾਂ ਦੀ ਛਤਰ ਛਾਇਆ ਸਾਡੇ ਉੱਤੇ ਹੈ, ਅੱਜ ਵੀ ਹੈ। ਮੈਂ ਜਦੋਂ ਬਚਪਨ ਦੇ ਵਿੱਚ ਛੋਟਾ ਸੀ, ਮੈਂ ਗੁਰੂ ਸਾਹਿਬ ਦਾ ਚਿੱਤਰ ਦੇਖਿਆ। ਉਹਨਾਂ ਦਾ ਉਮੰਗ, ਉਹਨਾਂ ਦਾ ਚਿਹਰਾ ਮੇਰੇ ਉਹ ਰੋਲ ਮਾਡਲ ਬਣ ਗਏ। ਔਰ ਮੈਂ ਛੋਟੇਪਨ ਦੇ ਵਿੱਚ 10-15 ਸਾਲ ਦੀ ਆਯੂ ਦੇ ਵਿੱਚ ਵੀ ਇਹ ਗਾਉਂਦਾ ਹੀ ਰਹਿੰਦਾ ਸੀ, ਪਟਨੇ ਸ਼ਹਿਰ ਦੀ ਇਹ ਧਰਤੀ ਵੰਡ ਮੋਤੀ ਨੀ, ਅੱਜ ਮੋਤੀਆਂ ਵਾਲੀ ਸਰਕਾਰ ਆਈ। ਵੀਰੋ, ਇੱਕ ਚੀਜ਼ ਹੈ ਕਿ ਅਗਰ ਮੈਂਟਲ ਹੈਲਥ ਨੂੰ ਉੱਚਾ ਰੱਖਣਾ ਹੈ ਤਾਂ ਗੁਰੂ ਸਾਹਿਬ ਦੇ ਪੂਰਨਿਆਂ ਤੇ ਚੱਲਣਾ ਹੀ ਹੈ ਔਰ ਮਰਿਆਦਾ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਹੀ। ਔਰ ਆਪਾਂ ਕਰਕੇ ਦੇਖੀਏ ਨਾ, ਆਪਾਂ ਪਰਮਾਰਥ ਕਰਕੇ ਤਾਂ ਦੇਖੀਏ। ਅੱਜ ਲੋਕ ਕੀ ਕਰਦੇ ਹੈਗੇ, ਇੱਕ ਦਿਨ ਸਟਾਲ ਲਾ ਦਿੰਦੇ ਆ ਗੁਰੂ ਸਾਹਿਬ ਦੇ ਗੁਰਪੁਰਬ ਦੇ ਉੱਤੇ, ਜਾਂ ਗੁਰੂ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਦੇ ਕੁਰਬਾਨੀ ਦੇ ਉੱਤੇ ਇੱਕ ਦਿਨ। ਅਸੀਂ ਇੱਕ ਦਿਨ ਦੇ ਵਾਸਤੇ ਤਾਂ ਪਰਮਾਰਥ ਵਾਸਤੇ ਸੋਚਦੇ ਹਾਂ, ਪਰ ਇਹ ਜੀਵਨ ਸਾਡੇ ਲਈ ਤਾਂ ਹੈ, ਪਰ ਅਸੀਂ ਸੰਸਾਰ ਨੂੰ ਅੱਛਾ ਬਣਾਉਣਾ ਹੈ। ਔਰ ਸੰਸਾਰ ਨੂੰ ਅੱਛਾ ਬਣਾਉਣ ਵਾਸਤੇ ਕੋਈ ਇੱਕ ਦਿਨ ਦਾ ਪੁਰਸ਼ਾਰਥ ਨਹੀਂ। ਦਾਦੀ ਜਾਨਕੀ ਜੀ ਨੇ 20 ਵਰਸ਼ ਤੋਂ ਲੈ ਕੇ 104 ਵਰਸ਼ ਤੱਕ ਉਹਨਾਂ ਨੇ ਕਿਹਾ ਆਰਾਮ ਹੈ ਹਰਾਮ। ਆਰਾਮ ਨਹੀਂ ਕਰਨਾ, ਭਟਕੀ ਹੋਈ ਆਤਮਾ ਨੂੰ ਰਸਤਾ ਦਿਖਾਉਣਾ। ਜਿਸ ਹਸਪੀਟਲ ਵਿੱਚ ਵੀ ਉਹ ਗਏ, ਉਹਨਾਂ ਨੇ ਵੀ ਬਿਮਾਰਾਂ ਨੂੰ ਸ਼ਾਂਤੀ ਦਿੱਤੀ, ਬਿਮਾਰਾਂ ਨੂੰ ਉਹਨਾਂ ਨੇ ਫਲ ਵੰਡੇ। ਜਿਸ ਵੱਡੀਆਂ ਸਭਾ ਦੇ ਵਿੱਚ ਵੀ ਉਹ ਗਏ, ਉਹਨਾਂ ਦੇ ਮੁਖਾਰਬਿੰਦ ਵਿੱਚੋਂ ਬੋਲੇ ਹੋਏ ਸ਼ਬਦ ਸਾਡੇ ਵਾਸਤੇ ਵਰਦਾਨੀ ਬਣ ਗਏ। ਤੇ ਇਸ ਤਰ੍ਹਾਂ ਹੀ ਮਰਿਆਦਾ ਸਾਡੇ ਮਨ ਨੂੰ ਬਲ ਦਿੰਦੀ ਹੈ। ਅਕਾਲ ਪੁਰਖ ਸਤਿਗੁਰੂ ਕਿਸ ਆਤਮਾ ਤੋਂ ਖੁਸ਼ ਹੁੰਦੇ ਹਨ? ਜੋ ਆਤਮਾ ਪਰਮਾਰਥ ਵਾਸਤੇ ਆਪਣੇ ਜੀਵਨ ਨੂੰ ਲਾ ਦਿੰਦੀ। ਮੈਂ ਆਪਣੇ ਜੀਵਨ ਦੇ ਵਿੱਚ ਦੇਖਿਆ ਹੈ, ਲੋਕਾਂ ਨੇ ਆਪਣੇ ਸੰਸਾਰਕ ਜੀਵਨ ਦੇ ਵਿੱਚੋਂ ਥੋੜਾ ਤਿਆਗ ਕਰਕੇ ਉਹਨਾਂ ਨੇ ਆਪਣੇ ਜੀਵਨ ਨੂੰ ਅਲੌਕਿਕ ਜੀਵਨ ਤੇ ਪਰਲੌਕਿਕ ਜੀਵਨ ਦੇ ਵਿੱਚ ਲਾ ਦਿੱਤਾ। ਉਹਨਾਂ ਦੇ ਸੰਗ ਵਿੱਚ ਆਉਣ ਦਾ ਮੈਨੂੰ ਇਹ ਸੁਨਹਿਰਾ ਮੌਕਾ 50 ਵਰਸ਼ ਪਹਿਲਾਂ ਮਿਲਿਆ, ਜਿਸ ਦੇ ਨਾਲ ਮੇਰੀ ਜੀਵਨਤਾ ਸੁਖੀ ਹੋਈ। ਪਰ ਮੈਂ ਅਨੇਕ ਆਤਮਾ ਨੂੰ ਇਸ ਰਸਤਾ ਦਿਖਾਉਣ ਦਾ
ਨਿਮਿਤ ਵੀ ਬਣ ਗਿਆ, ਔਰ ਮੈਨੂੰ ਆਪਣੇ ਆਪ ਤਾਂ ਸ਼ਾਂਤੀ ਆਉਣੀ ਸੀ, ਅਨੇਕ ਆਤਮਾ ਨੂੰ ਸ਼ਾਂਤੀ ਦੇਣ ਦੇ ਨਿਮਿਤ ਬਣ ਗਿਆ। ਕਿਉਂਕਿ ਇਹ ਜਿਹੜੀਆਂ ਵੈਲਿਊਜ਼ ਹੈ ਜਾਂ ਵਰਚੂਸ ਹੈ, ਵੈਲਿਊ ਕਹਿੰਦੇ ਹਾਂ ਅਸੀਂ ਮਰਿਆਦਾ, ਹਰ ਧਰਮ ਦੀ ਮਰਿਆਦਾ ਹੈ। ਦੇਖੋ ਮਾਨਵ ਜੀਵਨ ਦੀ ਮਰਿਆਦਾ ਜੇ ਅਸੀਂ ਖੋਲ੍ਹਣ ਲੱਗੀਏ, ਸਾਡੇ ਸਰੀਰ ਦੀਆਂ ਕੀ ਮਰਿਆਦਾ? ਹੱਥਾਂ ਨਾਲ ਕਰਮ ਕਰਨਾ, ਮਨ ਨਾਲ ਵਾਹਿਗੁਰੂ ਨੂੰ ਯਾਦ ਕਰਨਾ, ਦ੍ਰਿਸ਼ਟੀ ਨੂੰ ਸ਼ੁੱਧ ਰੱਖਣਾ, ਪਰਾਈ ਆਤਮਾ ਨੂੰ ਮਾਤਾ ਦੇ ਰੂਪ 'ਚ ਦੇਖਣਾ, ਭੈਣ ਦੇ ਰੂਪ 'ਚ ਦੇਖਣਾ, ਬੇਟੀ ਦੇ ਰੂਪ 'ਚ ਦੇਖਣਾ, ਇਹ ਸਾਡੀ ਵਿਰਤੀ ਦਾ ਕੰਮ ਹੈ। ਜੇ ਸਾਡੀ ਵਿਰਤੀ ਪਾਵਰਫੁਲ ਹੁੰਦੀ ਹੈ ਤਾਂ ਸਾਡੀ ਜਿਹੜੀ ਵਿਰਤੀ ਹੈ ਇਹ ਦ੍ਰਿਸ਼ਟੀ ਵੀ ਸ਼ੁੱਧ ਹੋ ਜਾਂਦੀ ਹੈ। ਕਹਿੰਦੇ ਵੀ ਹਾਂ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜੈਸਾ ਸੰਕਲਪ। ਦੁਨੀਆ ਵਾਲੇ ਕਹਿੰਦੇ ਹਨ ਕਿ ਬ੍ਰਹਮਾ ਜੀ ਨੂੰ ਸੰਕਲਪ ਉੱਠ ਗਿਆ। ਸੰਕਲਪ ਦਾ ਅਰਥ ਹੈ ਵਿਚਾਰ ਉੱਠਿਆ, ਉਹਨਾਂ ਨੇ ਇੱਕ ਨਵੀਂ ਸ੍ਰਿਸ਼ਟੀ ਰਚ ਚਾਟੀ। ਬ੍ਰਹਮਾ ਜੀ ਦੁਆਰਾ ਸ੍ਰਿਸ਼ਟੀ ਰਚਣ ਵਾਲੇ ਕੌਣ ਸੀ? ਉਹ ਅਕਾਲ ਪੁਰਖ ਸੀ, ਜੋ ਅਨੇਕ ਮਹਾਨ ਆਤਮਾਵਾਂ ਦੇ ਦੁਆਰਾ ਕਰਮ ਕਰਾਉਂਦੇ, ਪਰ ਫਿਰ ਵੀ ਜਨਮ ਮਰਨ ਤੋਂ ਰਹਿਤ। ਕੀ ਉਹਨਾਂ ਨੂੰ ਸੁੱਖ ਨਹੀਂ ਚਾਹੀਦਾ? ਕੀ ਉਹ ਸਤਜੁਗੀ ਦੁਨੀਆ ਦੇ ਮਾਲਕ ਨਹੀਂ ਬਣ ਸਕਦੇ? ਨਹੀਂ, ਇੱਕੋ ਹੀ ਆਤਮਾ ਜਿਹਨੂੰ ਪਰਮ ਆਤਮਾ ਕਿਹਾ ਜਾਂਦਾ ਹੈ, ਔਰ ਉਹ ਪਰਮ ਆਤਮਾ ਇੱਕ ਹੈ, ਔਰ ਉਸ ਨੂੰ ਅਸੀਂ ਕਹਿੰਦੇ ਵੀ ਹਾਂ ਏਕ ਓਂਕਾਰ ਸਤਿਨਾਮ ਕਰਤਾ ਪੁਰਖ। ਇਹ ਸਾਡੇ ਗੁਰੂਆਂ ਨੇ ਇੰਡੀਕੇਸ਼ਨ ਉਸ ਨੂੰ ਕੀਤਾ। ਮੈਂ ਕਈ ਵਾਰੀ ਸੋਚਦਾ ਹੁੰਦਾ ਸੀ ਕਿ ਉੱਪਰ ਵਾਲੀ ਲਾਈਟ ਕੌਣ ਹੈ, ਤਾਂ ਅੱਜ ਮੈਂ ਇਸੇ ਤੇ ਵਿਰਾਮ ਦਿੰਦਾ ਹੋਇਆ ਇਸ ਕੜੀ ਨੂੰ ਚਾਲੂ ਰੱਖਾਂਗਾ ਤਾਂ ਕਿ ਆਪਾਂ ਮਰਿਆਦਾ ਪੁਰਸ਼ੋਤਮ ਬਣ ਸਕੀਏ। ਮੈਂ ਵਿਰਾਮ ਦਿੰਦਾ ਹੋਇਆ ਫਿਰ ਮਿਲਾਂਗੇ। ਸਤਿ ਸ੍ਰੀ ਅਕਾਲ।